बेटी पढ़ाओ तो बेटी बचाओ। तो मैं उन्होंने जरूर अपील करना चाहांगा मोदी जी ਨੂੰ कि ऐसा मुख मंत्री ਜਿਹੜਾ बेटियां ਦੀ ਇੱਜ਼ਤ ਤੇ ਹੱਥ ਪਾਉਂਦਾ ਹੋਵੇ, ਇੱਕ ਵਾਰੀ ਉਹਨੂੰ ਗੱਦੀਆਂ ਜ਼ਰੂਰ ਲਾਓ ਤਾਂ ਕਿ ਤੁਹਾਡਾ ਨਾਰਾ ਜਿਹੜਾ ਹੈ ਉਹ ਸੰਪੰਨ ਹੋ ਜਾਏ। ਬਹੁਤ ਬਹੁਤ ਧੰਨਵਾਦ ਜੀ। ਇਸ ਸਾਡੇ ਨਾਲ सीएम नीतीश कुमार की ये गलती समझते हो कि मन के विच घट गिनतियां के प्रति नफरत समझते हो? बिस्मिल्लाहिर्रहमानिर्रहीम। शुरू अल्लाह ताला के नाम से जो बड़ा मेहरबान और नहायत रहम करने वाला है। नीतीश जी जो हैं भारतीय राजनीति का एक अच्छा खासा चेहरा है और कई दफ़ा मुख्यमंत्री बने, अब भी वो बिहार के मुख्यमंत्री हैं। उन्होंने इस बार ये जो हरकत की है, तो ये जो हरकत है वो किसी तरह भी काबिल कबूल नहीं। एक मुख्यमंत्री बंदा दूसरिਆਂ ਨੂੰ ਸਨਮਾਨ ਦੇ ਰਿਹਾ ਤੇ ਉਹ ਸਮਾਰੋਹ ਵੀ ਇਸ ਲਈ ਕੀਤਾ ਗਿਆ ਵੀ सम्मान समारोह है। ਹੁਣ सम्मान समारोह ਦੇ ਵਿੱਚ ਹੀ ਤੁਸੀਂ ਕਿਸੇ ਦੀ ਬੇਇੱਜ਼ਤੀ ਕਰਦੇ ਪਏ ਹੋ, ਉਹਦੀ ਹਿੱਤ ਤੱਕ ਕਰਦੇ ਪਏ ਹੋ, ਤੇ ਮੈਂ ਸਮਝਦਾ ਵੀ ਕਿਤੇ ਨਾ ਕਿਤੇ ਉਹ सम्मान समारोह ਨਹੀਂ ਹੈ, ਤੁਸੀਂ ਉਹ ਕਿਸੇ ਇੱਕ ਖਾਸ ਧਰਮ ਨੂੰ ਟਾਰਗੇਟ ਕਰ ਰਹੇ ਹੋ। ਅਗਰ ਤੁਹਾਡੇ ਦਿਲ ਦੇ ਵਿੱਚ ਨਫ਼ਰਤ ਹੈ, ਕੋਈ ਪੁਰਾਣੀ ਕਹਾਵਤ ਹੈ ਵੀ ਜੇ ਕੋਈ ਤੁਹਾਡਾ ਪੁਰਾਣਾ ਮਿੱਤਰ ਵੀ ਜਾਂ ਕੋਈ ਰਿਸ਼ਤੇਦਾਰ ਜਾਣਨ ਵਾਲਾ अचानक ਤੁਹਾਡਾ दुश्मन हो जाए, वो अचानक नहीं होया, वो कई सालों तो ਤੁਹਾਡੀ दुश्मनी दिल च लैके बैठा ਤੇ ਅੱਜ ਉਹਨੂੰ मौका मिल गया। ਤੇ मैं समझदा ਹਾਂ कि नीतीश कुमार ਨੂੰ मौका मिलिਆ ਪਹਿਲੀ ਦਫਾ ਮੁਸਲਮਾਨਾਂ ਦੇ ਖਿਲਾਫ ਕੁਝ ਕਰਨ ਦਾ, ਤੇ ਇਹ ਬੜੀ ਹੀ ਮਦਭਾਗੀ ਗੱਲ ਹੈ, ਬੜੀ ਅਫਸੋਸ ਦੀ ਗੱਲ ਹੈ ਕਿ ਇੱਕ ਮੁੱਖ ਮੰਤਰੀ ਹੋ ਕੇ ਅਗਰ ਉਹ ਇੱਕ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਦੇ ਪਏ ਆ ਔਰ ਉਹਨਾਂ ਦੀ ਬੇਇੱਜ਼ਤੀ ਕਰਨ ਦੀ ਜਾਂ ਉਹਨਾਂ ਦੇ ਧਾਰਮਿਕ ਚਿੰਨ੍ਹ ਦੀ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਆ। ਭਾਰਤ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਅਨੇਕਤਾ 'ਚ ਏਕਤਾ ਦੀ। ਭਾਰਤ ਦਾ ਸੰਵਿਧਾਨ ਇਹ ਕਹਿੰਦਾ ਤੁਸੀਂ ਦਸਤਾਰ ਸਜਾਓ, मैं सिर ते पगड़ी बनना, दूसरा बंदा तिलक लगावे, चौथा बंदा सिर ते पल्लू रखे, कोई निकाब पहन के आवे, कोई कुछ पावे। और ये जिहड़ा मसला है ये बेटियां दी आज़ादी का मसला है। हुण तुसीं मजबूर कर रहे हो, किसी नूं कह रहे हो कि तू बुरखा ना पा, किसी नूं कह रहे हो कि सिर दे उत्ते पल्लू होना चाहिए, किसी नूं कह रहे हो कि तुहाडे तरीके दे मुताबिक असीं नहीं चलांगे, और किसी नूं कह रहे हो कि तू साडे तरीके दे मुताबिक चल। ਤੇ ਇਹਦਾ ਮਤਲਬ ਹੈ ਵੀ ਤੁਸੀਂ ਦੂਸਰੇ ਦੀ ਜ਼ਿੰਦਗੀ 'ਚ ਦਖਲ ਦੇਣ ਦਾ ਪਲਾਨ ਬਣਾ ਰਹੇ ਹੋ, ਤੁਸੀਂ ਦੂਸਰੇ ਨੂੰ ਗੁਲਾਮ ਬਣਾਉਣਾ ਚਾਹੁੰਦੇ ਹੋ ਦਿਮਾਗੀ ਤੌਰ ਦੇ ਉੱਤੇ। ਤੇ ਮੁੱਖ ਮੰਤਰੀ ਜੀ ਨੂੰ ਮੈਂ ਸਮਝਦਾ ਕਿ ਜਿੰਨੀ ਕੁ ਉਹਨਾਂ ਦੀ ਉਮਰ ਹੈ, ਮੇਰੇ ਤੋਂ ਤਾਂ ਬਹੁਤ ਬੜੇ ਨੇ ਖੈਰ, ਲੇਕਿਨ ਉਹਨਾਂ ਨੇ ਤਾਂ ਅਦਬ ਦਾ ਦਾਮਨ ਛੱਡ ਦਿੱਤਾ। ਅਸੀਂ ਬੜੇ ਅਦਬ ਨਾਲ ਉਹਨਾਂ ਨੂੰ ਕਹਿਣਾ ਚਾਹੁੰਦੇ ਕਿ ਤੁਸੀਂ ਬਿਨਾਂ ਸ਼ਰਤ ਇਸ ਮਾਮਲੇ ਦੇ ਵਿੱਚ ਮਾਫੀ ਮੰਗੋ, ਅਪਲਾਈਜ਼ ਕਰੋ ਕਿ ਮੇਰੇ ਕੋਲ ਗਲਤੀ ਹੋਈ ਹੈ। ਤਾਂ ਤੁਹਾਡੇ ਹਿਸਾਬ ਦੇ ਨਾਲ ਇਹ ਗਲਤੀ ਹੈ ਜਾਂ ਗੁਨਾਹ ਹੈ? ਦੋਨੋਂ ਚੀਜ਼ਾਂ। ਅਸੀਂ ਤਾਂ ਇਹਨੂੰ ਕਹਿੰਦੇ ਕਿ ਜਾਣ ਬੁੱਝ ਕੇ ਕੀਤਾ ਗਿਆ ਕੰਮ। ਇੱਕ ਤਾਂ ਹੁੰਦਾ ਕਿ ਅਚਾਨਕ ਹੋ ਜਾਵੇ, ਗੈਰ ਇਰਾਦਤਨ ਹੋ ਜਾਵੇ। ਇੱਕ ਬੰਦੇ ਨੂੰ ਪਤਾ ਹੀ ਹੈ ਸਾਰੀ ਦਿਹਾੜੀ ਉਹਨੂੰ ਹਜ਼ਾਰਾਂ ਮੁਸਲਮਾਨ ਮਿਲਦੇ ਆ। ਬਿਹਾਰ 'ਚ ਤਾਂ ਕਈ % ਮੁਸਲਮਾਨ ਹੈ, ਕਿੰਨੇ MLA ਨੇ, ਇਹਦੀ ਆਪਣੀ ਕੈਬਨਿਟ 'ਚ ਮੁਸਲਮਾਨ ਵਜ਼ੀਰ ਹੈ ਨੀਤੀਸ਼ ਕੁਮਾਰ ਦੀ। ਇਹ ਤਾਂ ਹੈ ਨਹੀਂ ਕਿ ਕੋਈ ਨਵਾਂ ਬੰਦਾ ਹੈ ਤੇ ਉਹਨੂੰ ਪਤਾ ਹੀ ਨਹੀਂ ਵੀ ਮੁਸਲਮਾਨ ਹੁੰਦੇ ਕੀ ਹੈ। ਉਹਨੂੰ ਸਭ ਪਤਾ ਹੈ ਕਿ ਹਿੰਦੂਆਂ ਦੇ ਧਰਮ ਦੀ ਕੀ ਆਸਥਾ ਹੈ, ਉੱਥੇ ਗੁਰਦੁਆਰਾ ਸਾਹਿਬ ਹੈ ਪਟਨਾ ਸਾਹਿਬ 'ਚ, ਉਹਦੀ ਕੀ ਆਸਥਾ ਹੈ, ਮੁਸਲਮਾਨਾਂ ਦਾ ਇਮਾਰਤ ਸ਼ਰੀਆ ਫੁਲਵਾਰੀ ਸ਼ਰੀਫ ਪਟਨਾ 'ਚ ਬਣਿਆ, ਉਹਨੂੰ ਸਭ ਪਤਾ ਹੈ ਮੁੱਖ ਮੰਤਰੀ ਨੂੰ। ਉਹ ਜਿਹੜਾ ਸਾਰੀ ਦਿਹਾੜੀ ਤੋੜ ਜੋੜ ਕਰਕੇ MLC ਬਣਾਈ ਜਾਂਦਾ ਅਲੱਗ-ਅਲੱਗ ਧਰਮਾਂ ਦੇ, ਉਹਨੂੰ ਇਹ ਨਹੀਂ ਪਤਾ ਵੀ ਇਹ ਬੇਟੀ ਆ ਰਹੀ ਹੈ, ਇਹਨੇ ਨਕਾਬ ਪਾਇਆ ਹੋਇਆ ਸਿਰ ਤੇ। ਪਤਾ ਸਭ ਹੈ, ਲੇਕਿਨ ਉਹ ਕਿਤੇ ਨਾ ਕਿਤੇ ਆਪਣੀ ਨਫ਼ਰਤ ਨੂੰ ਛੁਪਾਉਣ 'ਚ ਇਸ ਵਾਰੀ ਨਾਕਾਮ ਸਾਬਤ ਹੋਏ ਹੈ, ਇਸ ਲਈ ਉਹਨਾਂ ਨੂੰ ਮਾਫੀ ਮੰਗਣੀ। ਇਮਾਮ ਸਾਹਿਬ, ਸਿੱਖ ਮਹਿਲਾਵਾਂ ਦੇ ਵਾਸਤੇ ਸਿਰ ਤੇ ਦਸਤਾਰ ਜਾਂ ਸਿਰ ਤੇ ਚੁੰਨੀ, ਹਿੰਦੂ ਮਹਿਲਾਵਾਂ ਦੇ ਵਾਸਤੇ ਸਿਰ ਤੇ ਲਿਆ ਘੂੰਘਟ ਬਹੁਤ ਅਹਿਮ ਰੱਖਦਾ, ਬਹੁਤ ਮਾਇਨੇ ਰੱਖਦਾ। ਮੁਸਲਮਾਨ ਦੀਆਂ ਬੇਟੀਆਂ ਦੇ ਵਾਸਤੇ ਸਿਰ ਤੇ ਹਿਜਾਬ ਜਾਂ ਨਿਕਾਬ ਲੈਣਾ ਉਹ ਕਿੰਨਾ ਕੁ ਮਾਇਨੇ ਰੱਖਦਾ ਹੈ, ਉਹ ਕੀ ਦਰਸਾਉਂਦਾ? ਦੇਖੋ ਇੱਦਾਂ ਹੈ ਕਿ ਇਸਲਾਮ ਧਰਮ ਨੇ ਬੇਟੀ ਨੂੰ ਇੱਕ ਸਿੱਖਿਆ ਦਿੱਤੀ ਕਿ ਉਹ ਆਪਣਾ ਲਿਬਾਸ ਰਿਸਪੈਕਟਫੁਲ ਰੱਖੇ ਤੇ ਦੂਸਰੇ ਬੰਦੇ ਨੂੰ ਉਹਦੇ 'ਚ ਕੋਈ ਅਟਰੈਕਸ਼ਨ ਨਾ ਆਵੇ। ਤੇ ਮੈਂ ਸਮਝਦਾ ਕਿ ਅਗਰ ਕੋਈ ਬੇਟੀਆਂ ਉਸ ਤਰੀਕੇ ਦੇ ਉੱਤੇ ਚੱਲ ਰਹੀਆਂ ਔਰ ਉਹਨਾਂ ਦੀ ਤਬੀਅਤ ਚਾਹੁੰਦੀ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਸਮਾਜਿਕ ਵਿਵਸਥਾ ਦੇ ਵਿੱਚ ਵਿਚਰੀਏ ਤੇ ਕਿਸੇ ਨੂੰ ਹੱਕ ਨਹੀਂ ਪਹੁੰਚਦਾ ਉਹਨਾਂ ਦੇ ਨਾਲ ਕੋਈ ਜ਼ੋਰ ਜ਼ਬਰਦਸਤੀ ਕਰਨ ਦਾ, ਤੇ ਇਸ ਲਈ ਇਹ ਧਰਮ ਦਾ ਇੱਕ ਖਾਸ ਚਿੰਨ੍ਹ ਹੈ। ਹੁਣ ਜਿੱਦਾਂ ਬਹੁਤ ਸਾਰੀ ਸਾਡੀਆਂ ਸਿੱਖ ਭੈਣਾਂ ਨੇ ਉਹ ਸਿਰ ਤੇ ਦਸਤਾਰ ਸਜਾਉਂਦੇ, ਅੰਮ੍ਰਿਤ ਛਕ ਲੈਂਦੇ। ਹੁਣ ਇਹ ਉਹਨਾਂ ਦੀ ਆਸਥਾ ਹੈ ਨਾ, ਜਦੋਂ ਅੰਦਰੋਂ ਦਿਲ ਤੋਂ ਰਾਜ਼ੀ ਹੋ ਗਿਆ ਬੰਦਾ ਕਿ ਵੀ ਮੈਂ ਰੱਬ ਦੇ ਹੁਕਮ ਦੇ ਅਧੀਨ ਹੀ ਚੱਲਣਾ, ਤੇ ਹੁਣ ਸਾਨੂੰ ਕਿਸੇ ਨੂੰ ਇਹ ਹੱਕ ਨਹੀਂ ਪਹੁੰਚਦਾ ਕਿ ਅਸੀਂ ਕੋਈ ਕਿੰਤੂ ਪਰਿੰਤੂ ਜਾਂ ਹੱਥ ਲਾਉਣ ਦੀ ਕੋਸ਼ਿਸ਼ ਕਰੀਏ, ਕਿਉਂਕਿ ਉਹਨਾਂ ਦਾ ਜਿਹੜਾ ਆਤਮ ਸਨਮਾਨ ਹੈ, ਉਹਨਾਂ ਦੀ ਜਿਹੜੀ ਆਸਥਾ ਹੈ ਉਹ ਰੱਬ ਦੇ ਨਾਲ ਜੁੜੀ ਹੋਈ, ਉਹ ਕਿਸੇ ਬੰਦੇ ਦੀ ਵਜ੍ਹਾ ਨਾਲ ਨਹੀਂ ਇੱਦਾਂ ਕਰ ਰਹੀ। ਕੋਈ ਵੀ ਜਿੱਦਾਂ ਮੈਂ, ਤੁਸੀਂ ਜਾਂ ਕੋਈ ਬੰਦਾ ਨਮਾਜ਼ ਪੜ੍ਹਦਾ ਹੈ, ਆਪਣੇ ਧਰਮ ਦੇ ਮੁਤਾਬਕ ਚੱਲਦਾ ਹੈ, ਜਾਂ ਉਹ ਕੋਈ ਧਾਰਮਿਕ ਕਾਰਜ ਕਰਦਾ ਹੈ ਆਪਣੇ ਆਪਣੇ ਘਰ 'ਚ, ਹਰੇਕ ਬੰਦੇ ਦੀ ਆਸਥਾ ਇਹਦਾ ਪਰਸੈਂਟੇਜ ਹੈ ਵੀ ਕੋਈ 100% ਜੁੜਿਆ ਹੋਇਆ, ਕੋਈ 50% ਹੈ, ਤਾਂ ਸਾਰੇ ਜੁੜੇ ਹੋਏ ਨਹੀਂ, ਲੇਕਿਨ ਸਾਰਿਆਂ ਦੇ ਉੱਤੇ ਇਹ ਗੱਲ ਤਾਂ ਲਾਜ਼ਮ ਹੈ ਕਿ ਉਹ ਆਪਣੇ 'ਚੋਂ ਹੀ ਕਿਸੇ ਹੋਰ ਨੂੰ ਟਾਰਗੇਟ ਨਾ ਕਰਨ, ਨਿਸ਼ਾਨਾ ਨਾ ਕਿਸੇ ਨੂੰ ਬਣਾਉਣ। ਤੁਸੀਂ ਅਗਰ ਕਿਸੇ ਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਤਾਂ ਉਹਦੀ ਬੁਰਾਈ ਨਾ ਤੁਸੀਂ ਕਰੋ ਘੱਟੋ ਘੱਟ। ਤੇ ਮੁੱਖ ਮੰਤਰੀ ਨੇ ਤਾਂ ਇਹ ਕੰਮ ਕਰਕੇ ਪੂਰੀ ਦੁਨੀਆ 'ਚ ਭਾਰਤ ਦਾ ਸਿਰਮ ਸ਼ਰਮ ਨਾਲ ਝੁਕਾ ਦਿੱਤਾ।
ਤੇ ਉਹਨਾਂ ਨੂੰ ਬਿਨਾਂ ਸ਼ਰਤ ਮਾਫੀ ਮੰਗਣੀ ਚਾਹੀਦੀ। ਜਿਹੜੇ ਚਮਚੇ ਉਹਨਾਂ ਦੇ ਜਾਂ ਕੋਈ ਹੋਰ ਲੀਡਰ, ਯੂਪੀ ਤੋਂ ਵੀ ਇੱਕ ਅੱਧਾ ਲੀਡਰ ਦਾ ਬਿਆਨ ਆਇਆ, ਲੱਗੇ ਹੋਏ ਨੇ ਬਚਾਉਣ ਲਈ, ਉਹਨਾਂ ਨੂੰ ਇੱਕ ਵਾਰੀ ਆਪਣੀ ਧੀ ਭੈਣ ਨੂੰ ਘਰ ਦੇਖਣਾ ਚਾਹੀਦਾ। ਧੀਆਂ ਭੈਣਾਂ ਸਾਰਿਆਂ ਦੇ ਘਰ ਚ ਹੁੰਦੀਆਂ, ਧੀਆਂ ਭੈਣਾਂ ਨਹੀਂ ਹੋਣਗੀਆਂ, ਮਾਂ ਤਾਂ ਹੋਏਗੀ ਨਾ। ਇੱਕ ਵਾਰੀ ਆਪਣੀ ਮਾਂ ਵੱਲ ਦੇਖੋ ਤੇ ਉਸ ਤੋਂ ਬਾਅਦ ਫੈਸਲਾ ਕਰੋ ਕਿ ਸਹੀ ਹੈ। ਇਮਾਮ ਸਾਹਿਬ, ਬਹੁਤ ਸਾਰੇ ਮੁਸਲਮਾਨ ਵੀ ਬਿਹਾਰ ਦੇ ਵਿੱਚ ਐਮਐਲਏ ਨੇ, ਕੈਬਨਿਟ ਦੇ ਵਿੱਚ ਹੀ ਵਜ਼ੀਰ ਨੇ, ਉਹਨਾਂ ਦਾ ਨਹੀਂ ਅੰਦਰੋਂ ਜ਼ਮੀਰ ਜਾਗ ਰਿਹਾ ਕਿ ਆਪਣੇ ਉਹ ਮੁੱਖ ਮੰਤਰੀ ਨੂੰ ਕਹਿਣ ਜਾ ਕੇ ਵੀ ਇਹ ਤੁਹਾਡੇ ਤੋਂ ਗਲਤੀ ਹੋਈ ਹੈ, ਤੁਸੀਂ ਉਹਨਾਂ ਦੇ ਖਿਲਾਫ ਆਵਾਜ਼ ਉਠਾਓ। ਬਿਲਕੁਲ, ਮੈਂ ਬਿਹਾਰ ਦੇ ਸਾਰੇ ਮੌਲਵੀਆਂ ਨੂੰ ਕਹਿਣਾ ਚਾਹੁੰਦਾ ਕਿ ਭਾਵੇਂ ਉਹ ਸਰਕਾਰ ਦੇ ਨਾਲ ਨੇ ਜਾਂ ਫਿਰ ਸਰਕਾਰ ਦੇ ਵਿਰੋਧ ਦੇ ਵਿੱਚ ਨੇ, ਇਸ ਮਾਮਲੇ ਵਿੱਚ ਇਕਜੁੱਟ ਹੋ ਕੇ ਉਹਨਾਂ ਨੂੰ ਮੁੱਖ ਮੰਤਰੀ ਦੀ ਵਿਰੋਧਤਾ ਕਰਨੀ ਚਾਹੀਦੀ ਹੈ, ਆਪਣਾ ਵਿਰੋਧ ਦਰਜ ਕਰਨਾ। ਕਿਸ ਤਰ੍ਹਾਂ ਦੇਖਦੇ ਹੋ, ਜਿਸ ਤਰ੍ਹਾਂ ਹੁਣ ਭਾਜਪਾ ਦਾ ਗੱਠਜੋੜ ਹੈ, ਬਹੁਤ ਸਾਰੇ ਲੀਡਰਸ ਜਿਹੜੇ ਨੇ ਭਾਜਪਾ ਦੇ ਵੀ, ਉਹ ਇਸ ਚੀਜ਼ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇੱਧਰ ਗੱਠਜੋੜ ਵੀ ਸੀਐਮ ਨਿਤਿਸ਼ ਕੁਮਾਰ ਦਾ ਭਾਜਪਾ ਦੇ ਨਾਲ ਹੈ, ਤੇ ਭਾਜਪਾ ਪਹਿਲਾਂ ਤੋਂ ਹੀ ਮੁਸਲਮਾਨਾਂ ਦੇ ਖਿਲਾਫ ਬਹੁਤ ਕੁਝ ਬੋਲਦੀ ਵੀ ਰਹਿੰਦੀ ਹੈ, ਬਹੁਤ ਗਲਤ ਚੀਜ਼ਾਂ ਵੀ ਕਰਦੀ ਰਹਿੰਦੀ ਹੈ। ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਕਿ ਨਿਤਿਸ਼ ਕੁਮਾਰ ਨੇ ਆਪਣੀ ਹਾਈ ਕਮਾਂਡ ਨੂੰ ਕਿਤੇ ਖੁਸ਼ ਕਰਨ ਲਈ ਹਰਕਤ ਕੀਤੀ ਹੈ ਜਾਂ ਕੁਝ ਹੋਰ ਕੀਤਾ? ਇਹ ਵੀ ਹੋ ਸਕਦਾ ਨਿਤੀਸ਼ ਕੁਮਾਰ ਇਸ ਚੱਕਰ 'ਚ ਹੁਣ ਵੀ ਆਉਣ ਵਾਲੇ ਦਿਨਾਂ 'ਚ ਮੈਂ ਇੱਕ ਅੱਧਾ ਤਮਗਾ ਹੋਰ ਲਵਾ ਲਵਾਂ ਭਾਜਪਾ ਕੋਲੋਂ ਕਿ ਮੈਂ ਵੀ ਤਕੜਾ ਤੁਹਾਡਾ ਸਮਰਥਕ ਹਾਂ। ਲੇਕਿਨ ਜਿੱਥੇ ਤੱਕ ਪ੍ਰਧਾਨ ਮੰਤਰੀ ਜੀ ਦੀ ਗੱਲ ਹੈ, ਉਹਨਾਂ ਦਾ ਇੱਕ ਨਾਰਾ ਹੈ ਕਿ ਬੇਟੀ ਪੜਾਓ ਤੇ ਬੇਟੀ ਬਚਾਓ, ਤੇ ਮੈਂ ਉਹਨਾਂ ਨੂੰ ਜ਼ਰੂਰ ਅਪੀਲ ਕਰਨਾ ਚਾਹਾਂਗਾ, ਮੋਦੀ ਜੀ ਨੂੰ, ਕਿ ਐਸਾ ਮੁੱਖ ਮੰਤਰੀ ਜਿਹੜਾ ਬੇਟੀਆਂ ਦੀ ਇੱਜ਼ਤ ਤੇ ਹੱਥ ਪਾਉਂਦਾ ਹੋਵੇ, ਇੱਕ ਵਾਰੀ ਉਹਨੂੰ ਗੱਦੀਓਂ ਜ਼ਰੂਰ ਲਾਓ ਤਾਂ ਕਿ ਤੁਹਾਡਾ ਨਾਰਾ ਜਿਹੜਾ ਹੈ ਉਹ ਸੰਪੰਨ ਹੋ ਜਾਏ। ਬਹੁਤ ਬਹੁਤ ਧੰਨਵਾਦ ਜੀ ਸਾਡੇ ਨਾਲ